हाँ जी, गुड मॉर्निंग स्टूडेंट्स। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਉਹ ਜੋ ਲਾਸਟ ਟਾਈਮ ਆਪਾਂ ਟੈਸਟ ਕੰਡਕਟ ਕੀਤਾ ਸੀਗਾ ਰੈਜ਼ਿਸਟੈਂਸ ਦੇ ਕੰਬੀਨੇਸ਼ਨਸ ਦਾ ਵੀਟਸਟੋਨ ਬ੍ਰਿਜ ਦਾ ਪੋਟੈਂਸ਼ੀਓਮੀਟਰ ਤੇ ਜਿਹਦੇ ਵਿੱਚ ਕਨਸੈਪਟ ਸੀਗੇ ਉਹਦੇ ਵਿੱਚ ਬੱਚਿਆਂ ਦੇ ਕੁਝ ਡਾਊਟਸ ਸੀਗੇ ਤਾਂ ਉਹ ਡਾਊਟਸ ਕਲੀਅਰ ਕਰਨ ਦੇ ਲਈ ਮੈਂ ਇਹ ਵੀਡੀਓ ਲੈ ਕੇ ਆਇਆ ਤਾਂ ਮੈਕਸਿਮਮ ਟੂ ਮੈਕਸਿਮਮ ਨਿਊਮੈਰੀਕਲਸ ਉਹਦੇ ਮੈਂ ਕਰਾਉਣ ਦੀ ਕੋਸ਼ਿਸ਼ ਕਰੂੰਗਾ। ਜਿਵੇਂ ਫਸਟ ਜਿਹੜਾ ਕੁਐਸਚਨ ਸੀਗਾ ਉਹ ਕੁਐਸਚਨ ਸੀਗਾ an EMF of battery is E, its terminal voltage is obtained V is connecting resistance R ohm with it, then its internal resistance is ਤਾਂ ਅਸੀਂ ਇੰਟਰਨਲ ਰੈਜ਼ਿਸਟੈਂਸ ਫਾਈਂਡ ਕਰਨਾ। ਬਹੁਤ ਸਿੰਪਲ ਜਿਹਾ ਕੁਐਸਚਨ ਸੀਗਾ ਜੀ, ਡਾਇਰੈਕਟ ਕੁਐਸਚਨ ਹੈ। as we know E is equal to V plus IR। ਦੇਖੋ ਐਕਸਟਰਨਲ ਰੈਜ਼ਿਸਟੈਂਸ R ਲੱਗਿਆ ਹੋਇਆ ਹੈ ਤੇ V ਕੀ ਹੁੰਦੀ ਹੈ? V is a voltage drop across a load resistance। ਕਿ ਜਦੋਂ ਕੋਈ ਵੀ ਅਸੀਂ ਸਰਕਟ ਲਗਾਉਣਾ ਜਿਹਦੀ EMF E ਹੈ ਤਾਂ ਉਹਦੇ ਅਕ੍ਰੋਸ ਜਦੋਂ ਅਸੀਂ ਐਕਸਟਰਨਲ ਰੈਜ਼ਿਸਟੈਂਸ ਲਗਾਉਣੇ ਤਾਂ ਬੈਟਰੀ ਦਾ ਰੈਜ਼ਿਸਟੈਂਸ ਹੁੰਦਾ ਹੈ ਦੈਟ ਇਜ਼ ਸਮਾਲ r ਤੇ ਜਿਹੜਾ ਐਕਸਟਰਨਲ ਰੈਜ਼ਿਸਟੈਂਸ ਹੁੰਦਾ ਹੈ ਇਹਦੇ ਅਕ੍ਰੋਸ ਕੀ ਬਣਦੀ ਹੈ? ਇੱਕ ਪੋਟੈਂਸ਼ੀਅਲ ਡਿਫਰੈਂਸ ਬਣਦਾ ਹੈ। ਦਿਸ ਇਜ਼ ਦ ਪੋਟੈਂਸ਼ੀਅਲ ਡਿਫਰੈਂਸ। ਠੀਕ ਹੈ, ਤਾਂ ਇਹਨੂੰ ਕੀ ਕਰੋ, ਇਕੁਏਸ਼ਨ ਨੂੰ V ਨਾਲ ਡਿਵਾਈਡ ਕਰ ਦਿਓ ਬੋਥ ਸਾਈਡਸ। ਇੱਥੇ ਜੋ ਜੀ 1 ਪਲੱਸ ਇੱਥੇ ਜੋ ਜੀ I upon V into R। 1 ਨੂੰ ਲੈਫਟ ਹੈਂਡ ਸਾਈਡ ਲੈ ਜਾਓ E upon V minus 1। देखो as we know V is equal to IR, therefore I upon V is equal to 1 by R। तो बचे हुए 1 by R into R, small r ਅਸੀਂ कैलकुलेट करना, that is E upon V minus 1 into R। this is the right answer। ਇਹਦਾ ਜਿਹੜਾ ਆਪਸ਼ਨ ਹੈ ਜੀ A is a right answer। ਤਾਂ ਮੈਂ ਸਾਰੀਆਂ ਸਟੇਟਮੈਂਟਸ ਨਹੀਂ ਲਿਖੂੰਗਾ, ਸਟੇਟਮੈਂਟ ਤੁਹਾਡੇ ਕੋਲ ਹੈ, ਠੀਕ ਹੈ, ਜਸਟ ਮੈਂ ਸੋਲੂਸ਼ਨਸ ਸੋਲਵ ਕਰਦੇ ਹਾਂ। ਸੈਕੰਡ ਕੁਐਸਚਨ ਸੀਗਾ ਜੀ, ਸੈਕੰਡ ਕੁਐਸਚਨ ਦੇ ਵਿੱਚ ਇੱਕ ਸਾਨੂੰ ਰੈਜ਼ਿਸਟੈਂਸ ਦਾ ਕੰਬੀਨੇਸ਼ਨ ਦਿੱਤਾ ਹੋਇਆ ਹੈ। ਸਟੇਟਮੈਂਟ ਤੁਹਾਡੇ ਕੋਲ ਗਿਵਨ ਹੈ, ਤੁਸੀਂ ਆਪਣੇ ਟੈਸਟ PDF ਦੀ ਫਾਈਲ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਰੈਜ਼ਿਸਟੈਂਸ ਆਪਣੇ ਕੋਲ ਗਿਵਨ ਹੈ। ਆ ਦੋ ਦੇ ਐਂਡ ਪੁਆਇੰਟਸ, ਦਿਸ ਇਜ਼ Q ਐਂਡ ਦਿਸ ਇਜ਼ P। ਇੱਥੇ ਰੈਜ਼ਿਸਟੈਂਸ ਹੈਗਾ 3 ohm, here is a 10 ohm, here is a 3 ohm and here is a R। ਆਪਾਂ ਨੂੰ ਕਹਿ ਕੀ ਰਹੇ ਨੇ, ਕਹਿੰਦੇ in the given electrical circuit the value of unknown resistance, ਇਸ resistance ਦੀ value ਸਾਨੂੰ ਨਹੀਂ ਪਤਾ, unknown value ਹੈ, should be dash ohm so that the resultant resistance between P and Q is also R। ਕਹਿੰਦੇ ਜਿਹੜੇ P ਤੇ Q ਦੇ ਵਿਚਕਾਰ ਜਿਹੜਾ net resistance ਹੈ ਉਹ ਕਿੰਨਾ ਹੋਣਾ ਚਾਹੀਦਾ ਹੈ? R ਹੀ ਹੋਣਾ ਚਾਹੀਦਾ ਹੈ। ਤਾਂ ਅਸੀਂ ਇਸ R ਦੀ ਵੈਲਿਊ ਕਿੰਨੀ ਕੰਸੀਡਰ ਕਰੀਏ, ਮਤਲਬ ਜਿੰਨੀ ਤੁਸੀਂ ਇਹ ਵੈਲਿਊ ਕੰਸੀਡਰ ਕਰੋ ਉਨਾ ਹੀ ਤੁਹਾਡਾ ਆਨਸਰ ਹੋਣਾ ਚਾਹੀਦਾ ਹੈ। ਤਾਂ ਦੇਖੋ ਪਹਿਲਾਂ ਆਪਾਂ ਸਰਕਟ ਨੂੰ ਸੋਲਵ ਕਰ ਲੈਂਦੇ ਹਾਂ। ਸਰਕਟ ਦੇ ਵਿੱਚ ਪਤਾ ਆਪਾਂ ਨੂੰ ਦੋ ਜਿਹੜੇ ਰੈਜ਼ਿਸਟੈਂਸ ਨੇ these are in series, ਤਾਂ ਇਹਨਾਂ ਦਾ ਜਿਹੜਾ ਇਕੁਇਵਲੈਂਟ ਸਰਕਟ ਬਣੂਗਾ ਬੱਚੇ ਉਹ ਕੀ ਬਣੂਗਾ? ਇਹ ਰੈਜ਼ਿਸਟੈਂਸ as it is, this one is also same and the value of this resistance is R plus 3। series which add hoge, this is a 3, this is a 10, here is a Q point, here is a point P। now both the resistance are in parallel,
अगर ये पैरेलल्स ने बचे ਤਾਂ ਇਹਨਾਂ ਦਾ ਜਿਹੜਾ ਨੈਟ ਰੈਜ਼ਿਸਟੈਂਸ ਹੈ ਅਸੀਂ ਫਾਈਂਡ ਕਰ ਸਕਦੇ ਹਾਂ which is very simple ਜਿਹੜਾ ਇਹ RP ਪੈਰਲਲ ਹੋਏਗਾ ਉਹ ਮੈਂ ਤੁਹਾਨੂੰ ਤਰੀਕਾ ਦੱਸਿਆ ਹੋਇਆ ਦੇਖੋ ਬੜਾ ਸਿੰਪਲ ਹੈ ਦੋਨੋਂ ਨੂੰ ਮਲਟੀਪਲਾਈ ਕਰੋ ਦੋ ਰੈਜ਼ਿਸਟੈਂਸ ਵਾਸਤੇ ਦੋਨੋਂ ਨੂੰ ਮਲਟੀਪਲਾਈ ਕਰੋ ਅਪੋਨ ਦੋਨੋਂ ਦੇ ਕਰ ਦੋ ਪਲੱਸ ਤਾਂ R ਪੈਰਲਲ ਬਚੇ ਕਿੰਨਾ ਆ ਗਿਆ that is 10 R plus 3 upon 13 plus R this is the value ठीक है फिर दोनों का आ जाएगा सीरीज नीचे R net कितना आ गया that is 3 plus 10 R plus 3 upon 13 plus R ਤੇ ਜਿਹੜਾ ਇਹ ਨੈਟ ਰੈਜ਼ਿਸਟੈਂਸ ਹੈ ਇਹ ਹੋਣਾ ਕਦੇ ਬਰਾਬਰ ਚਾਹੀਦਾ ਹੈ R ਠੀਕ ਹੈ R ਨੂੰ ਜਾ ਕੇ ਤੋਂ ਲੈ ਜਾਓ R minus 3 which is equal to 10 R plus 3 ठीक है जी upon 13 plus R then बच्चे क्रॉस मल्टीप्लाई कर दो that is ये आ गया 13R plus R square minus 39 minus of 3R which is equal to 10R plus 30 ठीक है जी ਤਾਂ ਆਪਣੇ ਕੋਲੇ ਇਸ 10R ਨੂੰ ਜਦੋਂ ਅਸੀਂ ਲੈਫਟ ਹੈਂਡ ਸਾਈਡ ਲੈ ਕੇ ਆਵਾਂਗੇ ਤਾਂ ਇਹ ਮਾਈਨਸ ਦਾ ਹੋ ਜਾਏਗਾ -10R -3R -13R ਇਹ ਸਾਰਾ ਆਪਸ ਵਿੱਚ ਇਹ ਕੈਂਸਲ ਹੋ ਜਾਏਗਾ अपने को बचेगा कि that is R square which is equal to right hand side ले जो दी बन गया 69 this implies R is equal to root of 69 this is answer so option number C is our right next question देखते हैं जी third question ਦੇ ਵਿੱਚ ਵੀ ਆਪਾਂ ਨੂੰ ਇੱਕ ਸਰਕਟ ਗਿਵਨ ਹੈ ਕੁਝ ਇਦਾਂ ਦਾ ਸਰਕਟ ਗਿਵਨ ਹੈ ਇੱਥੇ ਇੱਕ ਸਵਿਚ ਲੱਗੀ ਹੋਈ ਹੈ ਇਹਨੂੰ ਗਰਾਊਂਡ ਕੀਤਾ ਹੋਇਆ ਕਹਿੰਦੇ ਜਿਹੜਾ ਆ ਕੋਈ ਪੁਆਇੰਟ A ਹੈ ਜਿਹਦਾ 20 ਵੋਲਟ ਪੋਟੈਂਸ਼ੀਅਲ ਹੈ ਰੈਜ਼ਿਸਟੈਂਸ ਹੈਗਾ 2 ਇਹਦਾ ਰੈਜ਼ਿਸਟੈਂਸ ਹੈਗਾ 4 ਇਹਦਾ ਰੈਜ਼ਿਸਟੈਂਸ ਹੈਗਾ 2 ਤੇ ਪੁਆਇੰਟ ਹੈਗਾ 5 ਵੋਲਟ ਤਾਂ ਆਪਾਂ ਨੂੰ ਕਹਿੰਦੇ ਵੀ ਇਸ ਇਲੈਕਟ੍ਰੀਕਲ ਸਰਕਟ ਜਿਹਦੇ ਵਿੱਚ ਆ ਸਵਿਚ ਜਾਂ ਕੀ ਕੇ ਲੱਗੀ ਹੋਈ ਹੈ ਜਿਹਨੂੰ ਗਰਾਊਂਡ ਕੀਤਾ ਹੋਇਆ ਹੈ ਅਰਥ ਕੀਤਾ ਹੋਇਆ ਹੈ ਅਰਥ ਕਰਨ ਦਾ ਮਤਲਬ ਇਹਦਾ ਪੋਟੈਂਸ਼ੀਅਲ ਕਿੰਨਾ ਦੈਟ ਇਜ਼ 0 ਵੋਲਟ ਤਾਂ ਇਸ ਦੇ ਵਿੱਚ ਕਿੰਨਾ ਕਰੰਟ ਪਾਸ ਹੋਏਗਾ ਅਸੀਂ ਫਾਈਂਡ ਕਰਨਾ ਤਾਂ ਦੇਖੋ ਸਪੋਜ਼ ਕਰੋ ਵੀ ਇਸ ਸਾਈਡ ਤੋਂ ਕਰੰਟ ਜਾ ਰਿਹਾ I1 ਤੁਸੀਂ ਜਿਵੇਂ ਮਰਜ਼ੀ ਡਾਇਰੈਕਸ਼ਨ ਚੂਜ਼ ਕਰ ਸਕਦੇ ਹੋ ਡਸਨਟ ਮੈਟਰ ਮੈਂ ਤੁਹਾਨੂੰ ਦੱਸਿਆ ਕਿਰਚੌਫ ਲਾਅ ਜਿੱਦਾਂ ਮਰਜ਼ੀ ਅਪਲਾਈ ਕਰ ਦੋ ਸਾਰੇ ਆਨਸਰ ਤੁਹਾਡੇ ਸਹੀ ਹੋਣਗੇ ਠੀਕ ਹੈ ਜੀ ਸਾਈਨ ਕਨਵੈਨਸ਼ਨ ਸਾਰਿਆਂ ਨੂੰ ਹੁੰਦੀਆਂ ਨੇ ਤਾਂ ਪਹਿਲਾਂ ਆਪਾਂ ਇਹਨੂੰ ਕੋਈ ਲਿਖਦੇ ਹਾਂ A point this is the point number B and this is the point C and ਇਹਨੂੰ ਆਪਾਂ K ਲਿਖ ਸਕਦੇ ਹਾਂ ਠੀਕ ਹੈ ਤਾਂ ਪਹਿਲਾਂ ਅਸੀਂ ਇਸ ਲੂਪ ਦੇ ਵਿੱਚ ਓਪਨ ਲੂਪ ਦੇ ਵਿੱਚ ਕਿਰਚੌਫ ਲਾਅ ਲਾਵਾਂਗੇ in open loop ACK अप्लाई कर दो कि किरचॉफ वोल्टेज लॉ तो देखो 20 जो करंट भी इधर जा रहा है अपनी डायरेक्शन भी इस साइड ही है तो -2 ऑफ I1 ओके देखो इधर करंट I1 जा रहा है इधर I2 आ रहा है तो इस साइड करंट कितना जाएगा दैट इज I and what is the value of I is equal to the sum of two currents I1 plus I2 ठीक है जी ਤਾਂ ਇੱਧਰ ਕਰੰਟ ਕਿੰਨਾ ਆ ਗਿਆ ਰੈਜ਼ਿਸਟੈਂਸ ਕਿੰਨਾ 2 ਕਰੰਟ ਕਿੰਨਾ ਲਿਖ ਲਿਆ ਆਪਾਂ I which is equal to 0 ਇਹਦਾ ਪੋਟੈਂਸ਼ੀਅਲ ਕਿੰਨਾ 0 20 is equal to ਬੱਚੇ ਆ ਗਿਆ ਇਹ 2 of I plus 2 of I1 2 ਨਾਲ ਡਿਵਾਈਡ ਕਰ ਦੋ both sides 10 2 I ਕਿੰਨਾ ਹੈ that is I1 plus I2 plus 2 of I सॉल्व करूंगा 2I1 कितना हो गया 4I1 plus 2 of I this is equation number 1 similarly किरचॉफ वोल्टेज लॉ लगा देंगे अपन in open loop B C K apply किरचॉफ वोल्टेज लॉ तो आएगा बच्चे 5 minus I2 4 फिर -2I दी वैल्यू पुट कर रहे हैं दैट इज I1 plus I2 which is equal to 0 बचा गया 5 minus 4 of I2 minus 2 of I1 minus 2 of I2 which is equal to 0 तो यहाँ पे हो जाएगा 5 is equal to देखो -4 I2
-2i2 6 हो गया है, राइट हैंड साइड लेके आऊंगे प्लस का हो जाएगा, 2i1 भी की होगा प्लस का होगा। ठीक है जी, दिस इज इक्वेशन नंबर 2। ठीक है जी, आई होप सारा क्लियर हो गई होगी। अच्छा एक थोड़ी जी मैं गलती कर गई, देखो आप 2 ਨਾਲ ਇਹਨੂੰ ਡਿਵਾਈਡ ਕਰਤਾ ਸੀ ਇਕੁਏਸ਼ਨ ਨੂੰ, ਰਾਈਟ ਹੈਂਡ ਸਾਈਡ में डिवाइड करना भूल गया है ना, ਤਾਂ ਇਹਨੂੰ ਆਪਾਂ ਥੋੜਾ ਜਿਹਾ ਚੇਂਜ ਕਰਨਾ, जो 2 ਨਾਲ डिवाइड करोगे ਤਾਂ ਇਸ ਪੁਆਇੰਟ ਤੋਂ ਜਿਹੜਾ 2 ਹੈ ਉਹ ਕੈਨਸਲ ਹੋ ਜਾਏਗਾ, ਜੇ ਦੋਨੋਂ डिवाइड ਕੀਤਾ ਸੀ ਇੱਥੋਂ ਵੀ ਕੈਨਸਲ ਹੋ ਜਾਏਗਾ ਇਹ, ਤੇ ਮੈਂ ਇਕੁਏਸ਼ਨ ਵੀ ਦੁਬਾਰਾ ਲਿਖ ਦਿੰਦਾ, ਮਿਸਟੇਕ ਹੋ ਗਈ ਸੀਗੀ। ਇਹ ਆਪਣੇ ਕੋਲੇ ਬਣਿਆ i1 plus i2 plus i, बच्चे हो गए 2 of i1 plus i, ध्यान रहे मिस्टेक नहीं होनी चाहिए थी। दोनों इक्वेशन में जो ਅਸੀਂ सॉल्व करांगे फ्रॉम 1 and 2 ਤੇ ਆਪਣੇ ਕੋਲ ਆ ਗਿਆ ਜੀ 2i1 plus i2 which is equal to 10, 2i1 plus 6 of i2 which is equal to 5, तो माइनस 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 कैंसल, लेकिन आ गया बच्चे माइनस ऑफ 5i2 इज इक्वल टू 5, i2 कितना आ गया -1। देखो माइनस का मतलब ਤੁਹਾਨੂੰ ਦੱਸਿਆ ਸੀਗਾ डायरेक्शन ऑपोजिट है, ठीक है। i2 आ गया, i2 की वैल्यू पुट कर दो 1 1 वीक है, अपने को आ गया जी 10 which is equal to 2 i1 -1, इन्हों तो लेके जाऊंगा कितना हो गया 11 which is equal to 2 i1, this implies i1 कितना आ गया that is 11 by 2। now we have to find the value of i की है, दोनों सम कर दो, I is equal to 11 by 2 minus 1, सॉल्व करूंगा that is equal to 9 by 2 ampere which is equal to 4.5, this is the right answer। तो ਤੁਹਾਡੀ जो ऑप्शन आ गई ऑप्शन नंबर बी इज द करेक्ट आंसर। नेक्स्ट चलते हैं जी, नेक्स्ट न्यूमेरिकल वाला। नेक्स्ट भी अपने एक इलेक्ट्रिकल सर्किट दिता होया जी, here is a one resistance, there is another resistance, third resistance, and here is a fourth resistance, 7 एम्पीयर का करंट, इन्हों बी पॉइंट लिख लो कोई, ठीक है जी, चलो सी लिखा हुआ इन्होंने, सी लिख लो, ए इथों 7 एम्पीयर का करंट एंटर हो रहा है, ए साइड करंट i1, ए साइड करंट i2, and here is a point is B, and here is a point D, and here we connect a galvanometer, ठीक है जी। A की वैल्यू है that is 4 and this is a 2 and this is a 10 and this is a 5, ये अपन देता हुआ है, कहते find the potential difference between B and C, ਜਿਹੜੇ ਦੋ ਪੁਆਇੰਟ ਸਾਨੂੰ ਦਿਖ ਰਹੇ ਨੇ B ਤੇ C, B ਤੇ C, ਕਹਿੰਦੇ ਇਹਦੇ ਅਕ੍ਰੋਸ ਕਿੰਨਾ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਬਣੇਗਾ ਉਹ ਅਸੀਂ ਫਾਈਂਡ ਕਰ, ਜਿਹਦੇ ਲਈ ਆਪਣੀ ਕੰਡੀਸ਼ਨ ਇਹਨਾਂ ਨੇ ਦੇ ਰੱਖੀ ਹੈਗੀ ਕਿ ਜਿਹੜਾ ਗਲਵੈਨੋਮੀਟਰ ਹੈ देखो इन्होंने अपन पूरी सर्किट डायग्राम गिवन है, इधर i1 इथों करंट जा रहा है i1, इस साइड तो करंट जा रहा है i2, देखो ਇਹਦਾ मतलब रास्ते इस साइड इस रास्ते ਦੇ अलोंग कोई भी करंट नहीं जा रहा, दैट मींस बच्चे गैल्वेनोमीटर ਦਾ करंट कितना है 0 है, गैल्वेनोमीटर ਦਾ करंट कितना है 0, इस साइड कोई करंट नहीं जा रहा, देखो ਇੱਥੇ डिवाइड जंक्शन हो गए, जंक्शन करंट डिवाइड हो गया, जबकि ਇੱਥੇ भी डिवाइड होना चाहिए ਸੀ, बट इन्होंने ਇੱਥੇ कितना करंट शो किया i1, दैट मींस इस साइड कोई करंट नहीं जा रहा, इधर करंट i2 बिल्कुल इधर भी कितना जा रहा है i2, इसका मतलब इस साइड कोई करंट नहीं फ्लो कर रहा, तो ਅਸੀਂ ਕੀ करो A पॉइंट ਤੇ C पॉइंट ਦੇ ਵਿਚਕਾਰ ਕਿਰਚੌਫ ਲਾਅ ਅਪਲਾਈ ਕਰੋ, ਤਾਂ ਅਪਲਾਈ किरचॉफ वोल्टेज लॉ इन ओपन लूप, ये पोटेंशियल डिफरेंस फाइंड करना ना, ओपन लूप ए बी सी, किरचॉफ लॉ तो पता भी बहुत इंपॉर्टेंट भी है ते बहुत सिंपल भी है, तो ਅਸੀਂ इस ए पॉइंट तो स्टार्ट करते हैं, ए पॉइंट ਤੇ पोटेंशियल बी ए, देखो ਅਸੀਂ इस डायरेक्शन जा रहे हैं, दिस डायरेक्शन, तो करंट भी इस डायरेक्शन से -4 of i1
ठीक है, -2 ऑफ I1 कितने रीच कर गए सी एट पॉइंट सी, तो VA माइनस VC बचे कितना होगा, दैट इज ये होगा 6 ऑफ I1, दिस इज इक्वेशन नंबर 1। सिमिलरली अप्लाई किरचॉफ वोल्टेज लॉ इन ओपन लूप ADC, ठीक है जी। ਤਾਂ A फिर उस तो बाद की होगा माइनस, देखो जो ਅਸੀਂ इस रस्ते ਚੱਲਾਂਗੇ माइनस ये होगा जी अपने को 10 ऑफ I2 -5 of I2 which is equal to potential at point C, so VA minus VC which is equal to कितना आ गया 15 of I2, this is equation number 1। देखो लेफ्ट हैंड साइड पोटेंशियल डिफरेंस A ਤੇ C ਦੇ ਵਿਚਕਾਰ ਹੈ, ਇਹ ਵੀ A ਤੇ C ਹੈ, ਦੋਨੇ ਆਪਸ ਚ ਪੈਰਲਲ ਚ ਨੇ, दैट मींस ਇਹ सेम होंगे। so from 1 and 2 तो ये आ गया जी 6 I1 which is equal to 15 of I2। ਹੁਣ ਦੇਖੋ ਸਾਨੂੰ ਪੁੱਛਿਆ ਕੀ ਹੈ, ਸਾਨੂੰ ਪੁੱਛਿਆ ਵੀ B ਤੇ C ਚ ਪੋਟੈਂਸ਼ੀਅਲ ਫਾਈਂਡ ਕਰੋ। तो देखो पोटेंशियल का फार्मूला बच्चे सानू पता I into R होता है। अच्छा किदे अक्रॉस 2 ओम दे रेजिस्टेंस, अच्छा जो करंट कितना फ्लो कर रहा है I1, कुल मिला के मैं I1 दी वैल्यू कैलकुलेट करना चाह रहा सी, इसे करके मैं की अप्लाई किया है किरचॉफ, ठीक है जी। तो इंदा सानू ध्यान रखना पड़ेगा। ओके I1